जिथे किसानी ते किसानां ते बहुत सवाल उठाती रही है गोदी मीडिया कि किसान बहुत अमीर है। किसान वो है जिहड़ा एसियां च पैंदा आ, वड्डी वड्डी गड्डियां च रहिंदा आ। लेकिन एक सच्चाई जेकर जानना चाहो तो खेतां च आके देखो, खेतां च खड़ के देखो, ये दूर तक जिथे तक नज़र जाएगी ये खेत वो है झोने दा जिहड़ा खराब हो गया मौसम की तब्दीली कारण। ये किसान नू कोई नहीं पूछेगा, कोई सरकार वाला आके नहीं पूछेगा कि किन्ने एकड़ जमीन सीगी जिहड़ी खराब हो गई, किन्ना झोना सीगा जिहड़ा खराब हो गया, किन्ना कु बनदा ओहदा मुआवजा सीगा जिहड़ा रह गया। परिवार पिछे हुई है जिहड़ा पलना हैगा आ, लेकिन वड्डा रकबा जिहड़ा झोने दा सीगा ओह खराब हो गया। साडे नाल किसान मौजूद ने, इस थां दे जिहड़े मालक ने वो मौजूद ने, जिमीदार मौजूद ने, उन्हां नाल गलबात करदे आ। बापू जी किन्नी एकड़ थां सी जिहड़ी झोने दी खराब हो गई? ये कोई तकरीबन 3.5 एकड़ जी, जिद्दां बेमौसमी बरसात होई ਉਹਦਾ ਕਰਕੇ ਜੀ ਇਹ ਖਰਾਬ ਹੋ ਗਈ ਜੀ। ਨਾਲ ਹਵਾ ਵਗ ਗਈ, ਇਹ ਵਿੱਚ ਬਿਲਕੁਲ ਪਾਣੀ ਦੇ ਵਿੱਚ ਵਿਛ ਗਿਆ। ਇਹ ਤੁਸੀਂ ਦੇਖੋ, ਇਹ ਹੁਣ ਸਾਰਾ ਖਰਾਬ ਹੋ ਚੁੱਕਾ ਡੈਮੇਜ, ਇਹਦੇ ਵਿੱਚ ਕੁਝ ਵੀ ਨਹੀਂ ਹੈਗਾ। ਸਾਨੂੰ ਜੇ ਇਹਦੀ ਕੰਬਾਈਨ ਦੀ ਹਾਰਵੈਸਟਿੰਗ ਕਰਾਵਾਂਗੇ ਤਾਂ ਉਹ ਵੀ ਪੈਸੇ ਮੁਸ਼ਕਲ ਦੇ ਨਾਲ ਪੂਰੇ ਹੋਣਗੇ ਜੀ। ਕਿਉਂਕਿ ਉਹ ਕੰਬਾਈਨ ਵਾਲਾ ਵੀ ਜਿੱਦਾਂ ਖੜਾ ਝੋਨਾ ਜਿਹੜਾ ਵੱਢਦੇ ਹਾਂ ਅਸੀਂ, ਉਹਦਾ ਜਿੱਦਾਂ 2000 ਰੁਪਇਆ ਏਕੜ ਦਾ ਲੈਂਦਾ ਆ ਤੇ ਇਹਦਾ 4500 ਰੁਪਇਆ ਲਏਗਾ ਜੀ। हाँ जी, 4500 रुपया जेकर अगर वो ਇਹਦੇ ਕੱਢਣ ਦਾ ਵੀ ਲੈਂਦਾ ਆ, ਇਹਦੀ ਕਟਾਈ ਦਾ ਵੀ ਲੈਂਦੇ ਆ, ਕੀ ਕੱਟਣ ਤੋਂ ਬਾਅਦ ਵੀ 3.5 ਏਕੜ ਦੇ ਵਿੱਚੋਂ ਉਹ ਕੁਝ ਮੁਆਵਜ਼ਾ ਨਿਕਲੂਗਾ ਜਿਹੜਾ ਉਹਦੇ, ਜਾਂ 4500 ਦੇਣ ਤੋਂ ਬਾਅਦ ਕੁਝ ਬਚੂਗਾ ਤੁਹਾਡੇ ਕੋਲ? ਨਹੀਂ, ਕੋਈ ਉਮੀਦ ਨਹੀਂ ਜੀ, ਪਰ ਖੇਤ ਤਾਂ ਖਾਲੀ ਕਰਨਾ ਪੈਣਾ ਜੀ। ਹੁਣ ਮਤਲਬ ਇਹਨੂੰ ਕਟਾਉਣਾ ਤਾਂ ਪੈਣਾ ਹੀ ਆ ਜੀ। मतलब ये एक होर बोझ है किसान दे उत्ते कि किस तरीके नाल इनू कीता जाए? ਹੁਣ ਦੇਖੋ ਜੀ, ਇਹਦੇ ਪੱਲੇ ਕੁਝ ਨਹੀਂ ਰਹਿ ਗਿਆ, ਸਾਰਾ ਤਾਂ ਖਰਾਬ ਹੋ ਗਿਆ ਜੀ। ਦੇਖੋ ਹਾਂਜੀ, ਸਾਰਾ ਗਲ ਗਿਆ ਥੱਲੇ ਜੀ। ਦਾਣਾ ਖਰਾਬ ਹੋ ਗਿਆ ਸਾਰਾ ਜੀ। ਦਾਣਾ ਜਿਹੜਾ ਹੈਗਾ ਉਹ ਮਤਲਬ ਖਾਲੀ ਹੋ ਗਿਆ ਜੀ। ਥੱਲੇ ਪਾਣੀ ਖੜਾ ਸੀਗਾ ਜੀ ਤੇ ਪਾਣੀ ਸੁੱਕਾ ਨਹੀਂ ਜੀ, ਬਰਸਾਤ ਜ਼ਿਆਦੀ ਹੋ ਗਈ ਜੀ ਤੇ ਉਸ ਦਾ ਕਰਕੇ ਸਰਕਾਰਾਂ ਨੇ ਕੁਝ ਕਿਹਾ ਨਹੀਂ? ਜਿਹੜੇ ਝੋਨੇ ਦੀ ਇਦਾਂ ਫਸਲ ਖਰਾਬ ਹੋਏਗੀ ਉਹਨਾਂ ਵਾਸਤੇ ਕੁਝ ਮੁਆਵਜ਼ਾ ਦਿੱਤਾ ਜਾਏਗਾ ਜਾਂ ਉਸ ਕਿਸਾਨਾਂ ਵਾਸਤੇ ਕੁਝ ਕੀਤਾ ਜਾਏਗਾ? ਨਹੀਂ, ਸਰਕਾਰਾਂ ਦਾ ਪਤਾ ਨਹੀਂ ਜੀ, ਕੋਈ ਕਾਗਜ਼ਾਂ ਪੱਤਰਾਂ ਵਿੱਚ ਹੋਊਗਾ ਤਾਂ ਕੋਈ ਕਹਿ ਨਹੀਂ ਸਕਦੇ ਜੀ। ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਜੀ। ਹਾਂਜੀ, ਜੇਕਰ ਸਰਦਾਰ ਜੀ, ਜੇਕਰ ਮੈਂ ਗੱਲ ਕਰਾਂ, ਜਿਹੜੇ किसान, तुसी तो वड्डे किसान होए, ठीक है, 15 एकड़ थां आ, उस चों 5वां हिस्सा खराब हो गया, बहुत वड्डा थां हुंदी है। लेकिन जिहड़ा छोटा किसान होएगा जिहदे कोल पैली ही उन्नी होएगी और सारी दी सारी बह जावे ते फिर ओहदा किद्दां गुजारा हुंदा होएगा? फिर गुजारा मुश्किल ही है जी, मुश्किल ही है जी गुजारा, क्योंकि ਉਹਦੀ ਰੋਟੀ ਤਾਂ ਇੱਥੋਂ ਹੀ ਆ ਜੀ, ਉਹਦੇ ਬੱਚੇ ਤਾਂ ਇੱਥੋਂ ਹੀ ਪਲਣੇ ਨੇ ਜੀ, ਪਰਿਵਾਰ ਤਾਂ ਇੱਥੋਂ ਹੀ ਚੱਲਣਾ ਜੀ। ਜੇ ਉਹ ਮਾਲਕੀ 3 ਏਕੜ ਦੀ ਹੁੰਦੀ ਤਾਂ 3 ਏਕੜ ਹੀ ਖਰਾਬ ਹੋ ਜਾਂਦਾ ਤਾਂ ਉਹਦਾ ਵਿਚਾਰੇ ਦਾ ਕੀ ਸੀਗਾ ਜੀ? ਕੁਛ ਵੀ ਨਹੀਂ। ਤੁਹਾਡੇ ਨਾਲ ਜੇਕਰ ਗੱਲ ਕੀਤੀ ਜਾਵੇ ਐਤਕੀ ਝੋਨੇ ਦੇ ਵਿੱਚ ਕੀ ਦਿੱਕਤਾਂ ਆਈਆਂ, ਉਹਦੀ ਬਿਜਾਈ ਵਾਸਤੇ ਵੀ, ਜਾਂ ਉਹਦੇ ਜਿਸ ਵਕਤ ਸਿਲਸਿਲਾ ਚੱਲ ਰਿਹਾ ਸੀਗਾ ਜਦੋਂ ਬਿਜਾਈ ਹੋ ਗਈ ਉਸ ਤੋਂ ਬਾਅਦ ਸਾਰਾ ਜਿਹੜਾ ਸੀਜ਼ਨ ਚੱਲ ਰਿਹਾ ਸੀਗਾ, ਮੌਸਮ ਦੇ ਫੇਰ ਬਦਲ ਵੀ ਬਹੁਤ ਸਾਰੇ ਰਹੇ, ਤੇ ਕੀ ਦਿੱਕਤਾਂ ਆਈਆਂ ਤੁਹਾਨੂੰ? ਦੇਖੋ ਜੀ, ਸਭ ਤੋਂ ਵੱਡੀ ਦਿੱਕਤ ਸੀਗੀ ਜਿਹੜੀ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਦੀ ਜਿਹੜੀ ਸੀਗੀ, ਉਹ ਸੀਗੀ ਜਿਹੜੀ ਇਲੈਕਟ੍ਰਿਸਿਟੀ ਪਾਵਰ ਦੀ। ਉਹਦੇ ਵਿੱਚ ਕੱਟ ਬਹੁਤ ਜ਼ਿਆਦਾ, ਕਈ ਵਾਰੀ ਕੀ ਹੁੰਦਾ ਰੂਰਲ ਏਰੀਏ ਦੇ ਵਿੱਚ ਨਾ ਕੋਈ ਫਾਲਟ ਪੈ ਜਾਂਦੇ ਹੈਗੇ ਆ, ਅਤੇ ਉਹਦੇ ਵਿੱਚ ਦੇਰੀ ਹੋ ਜਾਂਦੀ ਆ। ਕਿਸਾਨ ਨੇ ਉੱਧਰੋਂ ਵੈਸੇ ਵੀ ਜਿਹੜੀ ਬਿਜਲੀ ਦੀ ਸਪਲਾਈ ਸੀਗੀ ਉਹ ਕਾਫੀ ਉਹਦੇ ਵਿੱਚ ਵਿਘਨ ਮਹਿਸੂਸ ਕੀਤਾ ਪਿਆ। ਅਤੇ ਇਸ ਤੋਂ ਇਲਾਵਾ ਲੇਬਰ ਦੀ ਵੀ ਪ੍ਰੋਬਲਮ ਰਹੀ ਹੈਗੀ। ਲੇਬਰ ਨੇ ਵੀ ਰੇਟ ਜਿਹੜੇ ਕਾਫੀ ਦੇਖੋ ਵੀ ਲੇਬਰ ਬੜੀ ਮਹਿੰਗੀ ਪਈ ਹੈਗੀ, ਪਰ ਏਕੜ ਜਿਹੜਾ 5-5 ਹਜ਼ਾਰ ਰੁਪਇਆ ਵੀ ਲੋਕਾਂ ਨੇ ਜਿਹੜਾ ਉਹ ਮਜਬੂਰੀ ਬਸ ਜਿਹੜਾ ਉਹ ਦੇਣਾ ਪਿਆ। ਅਤੇ ਬਿਜਲੀ ਦੀ ਪ੍ਰੋਬਲਮ, ਪਾਣੀ ਦੀ ਸਮੱਸਿਆ, ਦੂਸਰੇ ਨੰਬਰ 'ਤੇ ਜਿਸ ਤਰ੍ਹਾਂ ਉਸ ਵੇਲੇ ਹਾੜ੍ਹ ਦੇ ਮਹੀਨੇ ਦੇ ਵਿੱਚ ਵਰਖਾ ਨਹੀਂ ਹੋਈ, ਅਤੇ ਇਹ ਸਭ ਤੋਂ ਵੱਡੀ ਸਮੱਸਿਆ ਸੀਗੀ ਜਿਹੜੀ ਪਾਣੀ ਦੀ ਹੈਗੀ। ਔਰ ਐਗਰੀਕਲਚਰ ਸਾਡੇ ਨੇੜੇ ਇਰੀਗੇਸ਼ਨ ਡਿਪਾਰਟਮੈਂਟ ਦੀ ਜਿਹੜੀ ਹੈਗੀ ਸਾਡੀ ਨਹਿਰ ਹੈਗੀ ਆ, ਉਹਦੇ ਵਿੱਚ ਮੌਕੇ ਸਿਰ ਪਾਣੀ ਨਹੀਂ ਛੱਡਿਆ ਗਿਆ। ਆ ਜਿਹੜੇ ਰਕਬੇ ਨੂੰ ਪਾਣੀ ਲੱਗਦਾ ਆ ਉਹਨੂੰ ਨਹੀਂ, ਪਿੱਛੇ ਜਿਹੜਾ ਪਾਣੀ ਆ ਉਹ ਲੱਗ ਗਿਆ। ਉਹ ਠੋਕਰ ਤੋਂ ਅੱਗੇ ਪਾਣੀ ਇੱਕ ਵੀ ਬੂੰਦ ਨਹੀਂ ਆਇਆ। ਉਹ ਜੇ ਆਇਆ ਤਾਂ ਜਿਸ ਵੇਲੇ ਬਰਸਾਤਾਂ ਸ਼ੁਰੂ ਹੋ ਗਈਆਂ ਉਸ ਵੇਲੇ ਉਹ ਆਇਆ, ਲੇਕਿਨ ਉਸ ਵੇਲੇ ਤਾਂ ਕਿਸੇ ਵੀ ਜ਼ਿਮੀਂਦਾਰ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ। ਅਤੇ ਬਿਜਲੀ ਦੀ ਸਮੱਸਿਆ ਜਿਹੜੀ ਆ ਖਾਸ ਤੌਰ 'ਤੇ ਪਿੰਡਾਂ ਦੇ ਵਿੱਚ ਜਿਉਂ ਦੀ ਤਿਉਂ ਸਥਿਤੀ ਹਜੇ ਤੱਕ ਬਰਕਰਾਰ ਹੈ। ਇਹਦਾ ਜਿਹੜਾ ਆ ਪੱਕੇ ਤੌਰ 'ਤੇ ਜਿਹੜਾ ਹੱਲ ਹੋਣਾ ਚਾਹੀਦਾ ਆ। ਕੁਝ ਟੀਮਾਂ ਬਿਜਲੀ ਵਿਭਾਗ ਨੂੰ ਮੈਂ ਇਹ ਬੇਨਤੀ ਕਰੂੰਗਾ ਆਪਣੇ ਵੱਲੋਂ, ਪੰਜਾਬ ਸਰਕਾਰ ਨੂੰ ਔਰ ਖੇਤੀਬਾੜੀ ਵਿਭਾਗ ਨੂੰ ਵੀ, ਇਹ ਜਿਹੜੀਆਂ ਉਸ ਸਮੇਂ ਦੇ ਦੌਰਾਨ ਜਿਹੜੀਆਂ ਟੀਮਾਂ ਜਿਹੜੀਆਂ ਨਿਯੁਕਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਸਮੇਂ ਸਿਰ, ਜਿਸ ਤਰ੍ਹਾਂ ਕਿ ਟਰਾਂਸਫਾਰਮਰਸ ਨੇ, ਉਹ ਜਿੱਥੇ ਛੋਟੇ ਲੱਗੇ ਉਹਨਾਂ ਨੂੰ ਵੱਡਾ ਕੀਤਾ ਜਾਵੇ ਵੋਲਟੇਜ ਦੇ ਹਿਸਾਬ ਨਾਲ, ਕਿਉਂਕਿ ਹਰ ਇੱਕ ਕਿਸਾਨ ਨੇ ਜਿਹੜਾ ਆਪਣੀ ਜਿਹੜੀ ਪਾਵਰ ਹੈਗੀ ਆ ਸਪਲਾਈ, ਉਹ ਵੱਧ ਪੈਸੇ ਤਾਰ ਕੇ ਜਿਹੜੇ ਹਾਰਸ ਪਾਵਰ ਸੀਗੇ ਉਹ ਕਰਵਾਏ ਆ ਸਾਰਿਆਂ ਨੇ, ਉਹ ਗਵਰਨਮੈਂਟ ਨੂੰ ਪੈਸਾ ਗਿਆ ਆ।
ਪਰ ਜਿਹੜੇ ਸਾਡੇ ਟਰਾਂਸਫਾਰਮਰਸ ਨੇ ਉਹ ਜਿਹੜੇ ਉਹ ਜ਼ਰੂਰ ਉਹ ਵੱਡੇ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਬਿਜਲੀ ਦੀ ਸਮੱਸਿਆ ਜਿਹੜੀ ਆ। ਬਾਈ ਜੀ ਇੱਕ ਹੋਰ ਚੀਜ਼ ਆ ਜਾਂਦੀ ਹੈ, ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਇਸ ਵਕਤ ਖੇਤਾਂ ਦੇ ਵਿੱਚ ਕੰਬਾਈਨ ਚੱਲ ਰਹੀ ਹੈਗੀ ਹੈ, ਉਹਦੇ ਨਾਲ ਕਟਾਈ ਹੋ ਰਹੀ ਹੈ ਸਾਰੀ ਇਸ ਵਕਤ। ਇਸ ਤੋਂ ਬਾਅਦ ਤੁਸੀਂ ਫਸਲ ਨੂੰ ਮੰਡੀਆਂ ਦੇ ਵਿੱਚ ਵੀ ਲੈ ਕੇ ਜਾਓਗੇ, ਲੇਕਿਨ ਜੇਕਰ ਉਸ ਪੱਖੋਂ ਗੱਲ ਕੀਤੀ ਜਾਵੇ ਤੇ ਕੰਬਾਈਨ ਸਾਰਿਆਂ ਕੋਲ ਨਹੀਂ ਹੁੰਦੀ, ਤੁਸੀਂ ਹਾਇਰ ਕਰਕੇ ਲਿਆਂਦੇ ਹੋਏਗੇ ਕਿਤੋਂ, ਹੈ ਨਾ? ਉਹ ਕੀ ਸਿਲਸਿਲਾ ਰਹਿੰਦਾ ਹੈ, ਕਿਸ ਤਰੀਕੇ ਨਾਲ ਤੁਸੀਂ ਹਾਇਰ ਕਰਕੇ ਲੈ ਕੇ ਆਉਂਦੇ ਹੋ ਤੇ ਕੀ ਉਹ ਸਮੇਂ ਸਿਰ ਤੁਹਾਨੂੰ ਮੁਹੱਈਆ ਹੋ ਜਾਂਦੀ ਹੈ? ਦੇਖੋ ਜੀ, ਇਹਦੇ ਵਿੱਚ ਇਸ ਤਰ੍ਹਾਂ ਹੈਗਾ, ਜਿਸ ਤਰ੍ਹਾਂ ਕਿਸੇ ਜ਼ਿਮੀਂਦਾਰ ਦੇ ਕੋਲ ਬਹੁਤ ਵੱਡਾ ਰਕਬਾ ਹੁੰਦਾ ਹੈਗਾ, ਉਹਦੇ ਵਾਸਤੇ ਤਾਂ ਬਹੁਤ ਈਜ਼ੀ ਹੈਗਾ ਆ ਕਿ ਉਹ ਜਿਹੜਾ ਕੰਬਾਈਨ ਵਾਲੇ ਆ ਮਾਲਕ ਹੈਗੇ ਜਾਂ ਉਹ ਕੰਬਾਈਨ ਕਰਤਾ, ਉਹ ਬਹੁਤ ਈਜ਼ੀਲੀ ਆ ਜਾਂਦੇ ਆ। ਔਰ ਜਿਨ੍ਹਾਂ ਕਿਸਾਨਾਂ ਦੇ ਕੋਲ ਥੋੜਾ ਰਕਬਾ ਹੈਗਾ ਉਹਨਾਂ ਦੇ ਵਾਸਤੇ ਹਾਇਰ ਕਰਨਾ ਮੁਸ਼ਕਲ ਹੋ ਜਾਂਦਾ। ਉਹ ਕਹਿੰਦੇ 1-2 ਖੇਤਾਂ ਬਦਲੇ ਅਸੀਂ ਮਤਲਬ ਕਿੱਥੇ ਲੈ ਕੇ ਆਈਏ, ਜਿਸ ਤਰ੍ਹਾਂ ਸਾਨੂੰ ਦੂਸਰਿਆਂ ਪਿੰਡਾਂ ਦੇ ਵਿੱਚੋਂ ਹਾਇਰ ਕਰਨੀ ਪੈਂਦੀ ਹੈਗੀ ਆ। ਔਰ ਇਸ ਤੋਂ ਇਲਾਵਾ ਜਿਹੜਾ ਰੇਟ ਵਾਈਜ਼ ਹੈਗਾ ਆ, ਉਹ ਪਿਛਲੇ ਸਾਲ ਮੇਰਾ ਖਿਆਲ 1400-1500 ਰੁਪਇਆ ਪ੍ਰਤੀ ਏਕੜ ਸੀਗਾ ਕਟਾਈ ਦਾ ਜਿਹੜਾ ਕੰਬਾਈਨ ਦਾ ਰੇਟ। ਇਸ ਵੇਲੇ ਡੀਜ਼ਲ ਪੈਟਰੋਲ ਦੇ ਜਿਹੜੇ ਭਾਅ ਨੇ ਉਹ ਬਹੁਤ ਅਸਮਾਨ ਨੂੰ ਛੂਹ ਗਏ ਨੇ, ਔਰ 2000 ਰੁਪਇਆ ਪ੍ਰਤੀ ਏਕੜ ਜਿਹੜਾ ਕੰਬਾਈਨ ਦਾ ਉਹ ਅੱਜ ਦਾ ਰੇਟ ਹੈਗਾ ਜੀ। ਔਰ ਮੁਸ਼ਕਲ ਇਹ ਹੈਗੀ ਆ ਸਮੱਸਿਆ ਜਿਹੜੀ ਆ, ਇਹ ਜਿਹੜਾ ਸਰਕਾਰ ਨੂੰ ਚਾਹੀਦਾ ਜਿਹੜੇ ਪੈਟਰੋਲ ਡੀਜ਼ਲ ਜਿਹੜਾ ਕਿਸਾਨਾਂ ਵਾਸਤੇ ਆ, ਸਾਰਿਆਂ ਦੇ ਵਾਸਤੇ ਜਿਹੜਾ ਮਸ਼ੀਨਰੀ ਵਾਸਤੇ ਆਪਾਂ ਯੂਜ਼ ਕਰਦੇ ਆ, ਇਹਦੇ ਵਾਸਤੇ ਜਿਹੜਾ ਕੋਈ ਨਾ ਕੋਈ ਉਹਨਾਂ ਨੂੰ ਹੱਲ ਜ਼ਰੂਰ ਲੱਭਣਾ ਚਾਹੀਦਾ। ਜਿਹੜੇ ਪ੍ਰਾਈਸ ਨੇ ਉਹ ਇੰਨੇ ਨਹੀਂ ਵਧਣੇ ਚਾਹੀਦੇ। ਬਾਈ ਜੀ ਫਿਰ ਜਿਹੜੇ ਛੋਟੇ ਕਿਸਾਨ ਹੁੰਦੇ ਹੋਣਗੇ, ਕਿਉਂਕਿ ਕਿਸਾਨ ਸਾਰੇ ਵੱਡੇ ਹੀ ਨਹੀਂ ਹੈਗੇ ਸਾਡੇ ਪੰਜਾਬ ਦੇ ਵਿੱਚ, ਤੇ ਦੁਆਬਾ ਬੈਲਟ ਦੇ ਵਿੱਚ ਖਾਸ ਕਰਕੇ ਅਸੀਂ ਦੇਖਦੇ ਹਾਂ ਤੇ ਸਾਰੇ ਕਿਸਾਨ ਵੱਡੇ ਨਹੀਂ ਹੈਗੇ, ਕੁਝ ਛੋਟੇ ਕਿਸਾਨ ਵੀ ਨੇ। ਉਹ ਕਿਸ ਤਰੀਕੇ ਨਾਲ ਫਿਰ ਮੈਨੇਜ ਕਰਦੇ ਨੇ? ਕਿਉਂਕਿ ਜੇਕਰ ਜਿਹੜੇ ਵੱਡੇ ਕਿਸਾਨ ਨੇ ਉਹ ਕਹਿ ਦਿੰਦੇ ਨੇ ਕਿ ਕੰਬਾਈਨ ਉੱਥੇ ਹੀ ਜਾਊਗੀ ਜਿੱਥੇ ਵੱਡਾ ਰਕਬਾ ਹੋਵੇ ਕੱਟਣ ਨੂੰ। ਉਹ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਆ ਇਸ ਵੇਲੇ ਕਟਾਈ ਚੱਲ ਰਹੀ ਆ, ਇਹ ਸਾਡੇ ਪਰਗਣ ਸਿੰਘ ਜੀ ਇਹਨਾਂ ਨੇ 15-16 ਏਕੜ ਲਗਾਇਆ ਹੋਇਆ, ਔਰ ਇਹਨਾਂ ਦੇ ਅੱਜ ਇਹ ਕਟਾਈ ਹੋਣੀ ਸੀਗੀ। ਸਾਡੇ ਨੇੜੇ ਜਿੱਦਾਂ ਥੋੜਾ ਰਕਬਾ ਹੈਗਾ, ਉਹ ਫਿਰ ਇਹਨਾਂ ਦੀ ਸਹਾਇਤਾ ਅਸੀਂ ਲਈ ਹੈਗੀ ਆ, ਤੇ ਉਹ ਨੇੜੇ ਮਸ਼ੀਨ ਆਉਣ ਕਰਕੇ ਉਹਨਾਂ ਨੇ ਸਾਡੀ ਵੀ ਕਟਾਈ ਕੀਤੀ ਹੈ। ਅਦਰਵਾਈਜ਼ ਥੋੜੇ ਰਕਬੇ ਵਾਸਤੇ ਜਿਹੜਾ ਆ ਕੰਬਾਈਨ ਵਾਲੇ ਜਿਹੜੇ ਬੰਦੇ ਉਹ ਰਿਫਿਊਜ਼ ਕਰ ਦਿੰਦੇ ਆ, ਨਾ ਕਰ ਦਿੰਦੇ ਆ ਜੀ। ਇਸੇ ਤਰੀਕੇ ਨਾਲ ਜੇਕਰ ਆਪਾਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਹਮੇਸ਼ਾ ਖੜ ਕੇ ਕਹਿੰਦੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਵੀ ਕਿਸਾਨ ਆ, ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੀਡਰ ਹੈਗੇ ਆ ਉਹ ਆਪਣੇ ਆਪ ਨੂੰ ਇਹੀ ਕਹਿੰਦੇ ਨੇ ਸਾਡਾ ਪਿਛੋਕੜ ਵੀ ਕਿਸਾਨੀ ਦਾ ਰਿਹਾ ਹੈਗਾ ਆ। ਤੁਹਾਨੂੰ ਕਿੰਨਾ ਕੁ ਲੱਗਦਾ ਆ ਕਿ ਜਿਹੜੀ ਸਰਕਾਰਾਂ ਨੇ ਜਾਂ ਸਰਕਾਰੀ ਲੀਡਰ ਨੇ ਉਹ ਕਿਸਾਨਾਂ ਨਾਲ ਸੱਚ ਵਿੱਚ ਖੜੇ ਨੇ? ਦੇਖੋ, ਮੀਡੀਆ ਦੇ ਰਾਹੀਂ ਬਿਆਨ ਦੇ ਦੇਣਾ ਜਾਂ ਪ੍ਰੈਸ ਰਾਹੀਂ ਪ੍ਰਿੰਟ ਮੀਡੀਆ ਦੇ ਰਾਹੀਂ ਉਹ ਤੁਸੀਂ ਜਿਹੜਾ ਬਿਆਨ ਦੇ ਦੇਣਾ, ਲੇਕਿਨ ਉਹਨੂੰ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਰੂਰੀ ਹੈਗੀ। ਜਿਸ ਤਰ੍ਹਾਂ ਕਿ ਆਲੂ ਦੀ ਹੁਣ ਬਿਜਾਈ ਚੱਲ ਰਹੀ ਹੈ, ਇਸ ਵੇਲੇ ਸ਼ੁਰੂ ਹੋ ਗਈ ਆ, ਉਹਦੇ ਵਾਸਤੇ MSP ਗਵਰਨਮੈਂਟ ਨੂੰ ਚਾਹੀਦਾ ਆ ਕੁਛ ਨਾ ਕੁਛ ਨਿਰਧਾਰਿਤ ਕੀਤੀ ਜਾਵੇ, ਉਹਦੀ ਇੱਕ ਸੀਮਾ ਤੈਅ ਕੀਤੀ ਜਾਵੇ ਵੀ ਇਸ ਤੋਂ ਘੱਟ ਜਾਂ ਇਸ ਤੋਂ ਵੱਧ ਜਿਹੜੀ ਆ ਉਹ ਨਹੀਂ। ਕਈ ਵਾਰੀ ਤਾਂ ਉਹ 1800-2000 ਰੁਪਇਆ, ਔਰ ਲੇਕਿਨ ਕਈ ਵਾਰੀ ਕੀ ਹੁੰਦਾ ਆ ਉਹ 200-250 ਰੁਪਇਆ ਪ੍ਰਤੀ ਕੁਆਂਟਲ। ਪਰ ਇਹ ਜਿਹੜਾ ਇੰਨਾ ਵੇਰੀਏਸ਼ਨ ਆ ਕਿਸਾਨ ਦੇ ਵਾਸਤੇ ਝੱਲਣਾ ਬਹੁਤ ਮੁਸ਼ਕਲ ਹੈ, ਕਿਉਂਕਿ ਲੇਬਰ ਹਰ ਇੱਕ ਚੀਜ਼ ਜਿਹੜੀ ਆ ਉਹ ਬਹੁਤ ਮਹਿੰਗੀ ਹੋ ਚੁੱਕੀ ਹੈ। ਕਈ ਵਾਰੀ ਉਹ ਖਾਦਾਂ ਦੇ ਖਰਚੇ ਜਿਹੜੇ ਆ, ਦਵਾਈਆਂ ਦੇ ਖਰਚੇ ਉਹ ਹੀ ਨਹੀਂ ਪੂਰੇ ਹੁੰਦੇ। ਕਿੰਨਾ ਕੁ ਰੇਟ ਇਸ ਵਕਤ ਜਿਹੜਾ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਦਾ ਇਸ ਵਕਤ ਰੱਖਿਆ ਗਿਆ ਆ, ਮਿਨੀਮਮ ਸਪੋਰਟ ਪ੍ਰਾਈਸ ਹੈ ਕੀ ਹੈ ਇਸ ਵਾਰੀ? ਇਸ ਵੇਲੇ ਜੀ ਜਿਹੜਾ ਮੇਰੇ ਖਿਆਲ ਆ ਜਿਹੜਾ 2021 ਦਾ ਰੇਟ ਆ ਇਹ 1960 ਰੁਪਏ ਹੈਗਾ, ਔਰ ਇਸ ਦਾ ਭੁਗਤਾਨ ਮੇਰੇ ਖਿਆਲ ਸ਼ਾਇਦ ਡਾਇਰੈਕਟ ਫਾਰਮਰਸ ਦੇ ਅਕਾਊਂਟ ਦੇ ਵਿੱਚ ਉਹ ਡਾਇਰੈਕਟ ਜਿਹੜੀ ਟ੍ਰਾਂਜੈਕਸ਼ਨ ਉਹ ਸਰਕਾਰ ਨੇ ਕਿਹਾ ਆ, ਔਰ ਜਿਸ ਦਾ ਭੁਗਤਾਨ ਮੇਰਾ ਖਿਆਲ 2 ਜਾਂ 3 ਦਿਨਾਂ ਦੇ ਵਿੱਚ ਜਿਹੜਾ ਆ ਉਹ ਕਰ ਦਿੱਤਾ ਜਾਂਦਾ। ਪਿਛਲੀ ਵਾਰੀ ਕਿੰਨਾ ਸੀਗਾ ਇਹਦਾ ਰੇਟ? ਪਿਛਲੀ ਵਾਰੀ ਮੇਰਾ ਖਿਆਲ 1800 ਦੇ ਅਨੁਮਾਨਿਤ, ਮੇਰੇ ਕੋਲ ਐਕਚੁਅਲ ਫਿਗਰ ਮੈਨੂੰ ਨਹੀਂ ਕਲੀਅਰ ਹੈਗੀ, ਪਰ 1800 1850 ਇੰਨਾ ਕੁ ਸੀਗਾ। ਇਹ ਥੋੜਾ ਬਹੁਤਾ ਹੁਣ ਉਹਨਾਂ ਨੇ ਵਧਾਇਆ। ਦੂਜੇ ਪਾਸੇ ਇਹ ਵੀ ਗੱਲ ਕੀਤੀ ਜਾਂਦੀ ਹੈ, ਜਿਹੜੇ ਆੜਤੀਏ ਨੇ ਜਾਂ ਭਾਵੇਂ ਜਿਹੜੇ ਹੋਰ ਮੰਡੀਆਂ ਦੇ ਵਿੱਚ ਹੋਣ ਅਧਿਕਾਰੀ ਹੋਣ, ਉਹ ਕਹਿੰਦੇ ਨੇ ਕਿ ਕਿਸਾਨ ਜਿਹੜੇ ਨੇ ਆਪਣਾ ਝੋਨਾ ਸੁਕਾ ਕੇ ਮੰਡੀਆਂ ਦੇ ਵਿੱਚ ਲੈ ਕੇ ਆਣ, ਤੇ ਉਹ ਕਿੰਨਾ ਕੁ ਸੌਖਾ ਲੱਗਦਾ ਹੈ ਤੁਹਾਨੂੰ? ਕਿਸਾਨਾਂ ਵਾਸਤੇ ਇਹ ਸੌਖਾ ਹੈਗਾ? ਪਹਿਲੇ ਬਿਜਾਈ ਕੀਤੀ ਜਾਵੇ, ਫਿਰ ਉਹਨੂੰ ਉਗਾਇਆ ਜਾਵੇ, ਫਿਰ ਉਸ ਤੋਂ ਬਾਅਦ ਉਹਦੀ ਕਟਾਈ ਕੀਤੀ ਜਾਵੇ, ਫਿਰ ਉਹਨੂੰ ਸੁਕਾਇਆ ਵੀ ਜਾਵੇ। ਨਹੀਂ, ਉਹ ਤੁਸੀਂ ਦੇਖਦੇ ਹੀ ਆ ਜੀ, ਇਹੋ ਜਿਹੇ ਹਾਲਾਤਾਂ ਦੇ ਵਿੱਚ ਜ਼ਿਮੀਂਦਾਰ ਵਾਸਤੇ ਕਿੰਨਾ ਕੁ ਮਤਲਬ ਇਹਨੂੰ ਸੌਖਾ ਹੈਗਾ ਇਹਨੂੰ ਸੁਕਾਉਣਾ ਜਾਂ ਕਰਨਾ। ਜਿਹੜਾ ਤੇ ਝੋਨਾ ਖੜਾ ਹੈਗਾ, ਚਲੋ ਅਸੀਂ ਹੋਰ 4 ਦਿਨ ਉਹਨੂੰ ਖੜਾ ਰਹਿਣ ਦਿਆਂਗੇ, ਲੇਟ ਵੱਢ ਲਾਂਗੇ, ਠੀਕ ਹੈ ਜੀ, ਪਰ ਇਹਨੂੰ ਅਸੀਂ ਕੀ ਕਰਾਂਗੇ ਜੀ? ਤਾਂ ਸਾਡੀ ਮਜਬੂਰੀ ਹੈ ਜੀ। ਹੁਣ ਖੇਤ ਜੇ ਇਹਨੂੰ ਹੁਣ ਨਹੀਂ ਇਹਦੀ ਹਾਰਵੈਸਟਿੰਗ ਨਹੀਂ ਕਰਦੇ ਤੇ ਸਾਡੀ ਅਗਲੀ ਫਸਲ ਜਿਹੜੀ ਹੈਗੀ ਉਹ ਵੀ ਲੇਟ ਹੁੰਦੀ ਹੈ ਜੀ। ਬਿਲਕੁਲ। ਤੇ ਤੁਸੀਂ ਅੱਜ ਆਪਣੇ ਖੇਤ ਦੇ ਵਿੱਚ ਕੰਬਾਈਨ ਚਲਾ ਰਹੇ ਹੋ, ਕੰਬਾਈਨ ਤੁਸੀਂ ਮੰਗਵਾਈ ਸੀ, ਕਿੰਨੀ ਦੇਰ ਤੋਂ ਤੁਸੀਂ ਕੰਬਾਈਨ ਮੰਗਵਾ ਰਹੇ ਸੀ ਕਿ ਅੱਜ ਮੰਗਵਾਈ ਅੱਜ ਹੀ ਆ ਗਈ ਸੀ? ਨਹੀਂ, ਸਾਨੂੰ 2 ਦਿਨ ਬਾਅਦ ਮਿਲੀ ਜੀ। ਅੱਛਾ। ਹਾਂਜੀ, 2 ਦਿਨ ਪਹਿਲਾਂ ਇਹਨਾਂ ਨੂੰ ਕਿਹਾ ਸੀਗਾ ਜੀ, ਤੇ 2 ਦਿਨ ਬਾਅਦ ਸਾਨੂੰ ਮਿਲੀ ਜੀ।
ਕਦੀ ਇਦਾਂ ਵੀ ਹੁੰਦਾ ਹੋਏਗਾ ਕਿ ਕਿਸੇ ਕਿਸਾਨ ਨੇ ਕੰਬਾਈਨ ਮੰਗਵਾਈ ਹੋਵੇ, ਉਹਦੀ ਪਹੁੰਚ ਦੇ ਵਿੱਚ ਦੇਰੀ ਹੋ ਗਈ ਹੋਵੇ ਤੇ ਉਹ ਕਿਸਾਨ ਦੀ ਫਸਲ ਜਿਹੜੀ ਹੈ ਖਰਾਬ ਹੋ ਗਈ ਹੋਵੇ ਕਦੀ? ਨਹੀਂ, ਇੰਨੀ ਕੋਈ ਮੁਸ਼ਕਲ ਨਹੀਂ ਆਉਂਦੀ ਜੀ, ਕੰਪੈਨਾਂ ਵਾਲੇ ਕਾਫੀ ਆ ਜਾਂਦੇ ਨੇ ਜੀ। ਹਾਂਜੀ, ਜਿੱਦਾਂ ਉਹਨਾਂ ਦੇ ਪੱਕੇ ਗਾਹਕ ਜਿੱਦਾਂ ਹੈਗੇ ਰੱਖੇ ਹੋਏ ਉਹਨਾਂ ਨੇ, ਉਹ ਜਿਹੜੇ ਜ਼ਿਮੀਂਦਾਰ ਦੇ ਆਉਂਦੇ ਨੇ ਉਹਨਾਂ ਦੇ ਕੋਲ ਆਉਣਾ ਹੀ ਆ ਜੀ। ਉਹਨਾਂ ਨੇ ਮਤਲਬ 1-2 ਦਿਨ ਦਾ ਅੱਗਾ ਪਿੱਛਾ ਹੋ ਜਾਂਦਾ ਆ, ਜ਼ਿਆਦਾ ਨਹੀਂ ਹੁੰਦਾ ਜੀ। ਤੇ ਇਸ ਤੋਂ ਇਲਾਵਾ ਜਿਹੜੀ ਫਸਲਾਂ ਹੁਣ ਤੁਹਾਡੀਆਂ ਖਰਾਬ ਹੋਈਆਂ ਨੇ, ਜਿਹੜੀ ਝੋਨੇ ਦੀ ਫਸਲ ਮੈਂ ਦੇਖ ਰਹੀ ਹਾਂ 3.5 ਏਕੜ ਤੱਕ ਜਿਹੜੀ ਹੈ ਖਰਾਬ ਹੋ ਗਈ, ਹੁਣ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਕੁਝ ਮੁਆਵਜ਼ਾ ਦਿੱਤਾ ਜਾਵੇ ਜਾਂ ਕਿਸਾਨਾਂ ਦਾ ਕੁਝ ਸੋਚਿਆ ਜਾਵੇ? ਸਰਕਾਰਾਂ ਨੂੰ ਚਾਹੀਦਾ ਤਾਂ ਹੈ ਜੀ, ਹੁਣ ਮਤਲਬ ਖਰਚਾ ਤਾਂ ਜਿੰਨਾ ਖੜੀ ਫਸਲ ਤੇ ਆਇਆ, ਦੂਸਰੀ ਫਸਲ ਤੇ ਆਇਆ, ਉਹਨਾਂ ਹੀ ਇਹਦੇ ਉੱਤੇ ਵੀ ਆਇਆ ਜੀ। ਇਹਦੇ ਉੱਤੇ ਹੁਣ ਸੌਦੇ ਵੱਧ ਆ ਜਾਣਾ ਜੀ, ਇਹਦੀ ਹਾਰਵੈਸਟਿੰਗ ਜਿਹੜੀ ਜ਼ਿਆਦਾ ਪੈ ਜਾਣੀ ਆ, ਤੇ ਪਰ ਇਹਦੇ ਵਿੱਚੋਂ ਸਾਨੂੰ ਮਿਲਣਾ ਕੁਛ ਨਹੀਂ ਜੀ। ਸਰਕਾਰਾਂ ਨੂੰ ਚਾਹੀਦਾ ਆ ਕਿ ਮੁਆਵਜ਼ਾ ਜਿਹੜਾ ਹੈਗਾ ਆ ਉਹ ਦੇਣਾ ਚਾਹੀਦਾ ਆ। ਇਹੋ ਜਿਹੇ ਜਿਹੜੀਆਂ ਖੇਤ ਹੈਗੇ ਆ ਉਹਨਾਂ ਦਾ ਮੁਆਇਨਾ ਕਰਨਾ ਚਾਹੀਦਾ ਆ, ਗਿਰਦਾਵਰੀ ਵਗੈਰਾ ਕਰਾ ਕੇ ਜਾਂ ਜੋ ਵੀ ਹੈਗਾ ਆ, ਜਾਂ ਸਰਪੰਚ ਤੋਂ ਤਸਦੀਕ ਕਰਾ ਕੇ ਤੇ ਉਹਦਾ ਮੁਆਵਜ਼ਾ ਜਿਹੜਾ ਹੈਗਾ ਉਹ ਦਿੱਤਾ ਜਾਣਾ ਚਾਹੀਦਾ ਜੀ। ਤੇ ਇੱਕ ਨਾ ਟਰਮ ਬਹੁਤ ਸਾਹਮਣੇ ਆਉਂਦੀ ਹੈ ਜਿਸ ਵਕਤ ਅਸੀਂ ਝੋਨੇ ਦੀ ਗੱਲ ਕਰਦੇ ਹਾਂ, ਝੋਨੇ ਦੀ ਖਰੀਦ ਦੀ ਗੱਲ ਕਰਦੇ ਹਾਂ, ਕਿਸਾਨ ਹਮੇਸ਼ਾ ਕਹਿੰਦਾ ਹੈ ਕਿ ਮੋਇਸਚਰ ਮੇਨਟੇਨ ਕਰਨਾ ਪੈਂਦਾ ਹੈ ਉਹਦਾ। ਇੱਕ ਕੀ ਸਹੀ ਮੋਇਸਚਰ ਹੈਗਾ ਆ? ਦੇਖੋ ਜੀ, ਸਰਕਾਰ ਵੱਲੋਂ ਜਿਹੜੀਆਂ ਸਪੈਸੀਫਿਕੇਸ਼ਨ ਹੈਗੀਆਂ ਜੀ ਉਹ ਤਾਂ ਹੈਗੀਆਂ 17% ਜਿਹੜਾ ਹੈਗਾ ਮੋਇਸਚਰ ਹੋਣਾ ਚਾਹੀਦਾ। ਤੇ ਪਰ ਜਦੋਂ ਅਸੀਂ ਮੰਡੀ ਵਿੱਚ ਝੋਨਾ ਲੈ ਕੇ ਜਾਂਦੇ ਹਾਂ ਜੀ, ਅੱਗੋਂ ਸ਼ੈਲਰ ਵਾਲੇ ਸਰਕਾਰ ਨੇ ਸਾਰੇ ਕੰਮ ਤਾਂ ਕਰ ਦਿੱਤੇ ਜੀ, ਪ੍ਰਾਈਵੇਟ ਆਪਣੇ ਹੱਥ ਰੱਖਿਆ ਕੁਛ ਨਹੀਂ ਜੀ। ਉਹ ਸ਼ੈਲਰ ਵਾਲਾ ਜਿਹੜਾ ਹੈਗਾ ਆ ਉਹਨੂੰ ਪਾਸ ਕਰਦਾ ਜੀ, ਉਹ 14-15 ਮੋਇਸਚਰ ਤੇ ਆੜਤੀਏ ਨੂੰ ਕੰਪੈਲ ਕਰਦਾ ਕਿ 14-15 ਮੋਇਸਚਰ ਤੇ ਝੋਨਾ ਆਊਗਾ ਤੇ ਤੂੰ ਫੇਰ ਭਰਨਾ, ਨਹੀਂ ਤੇ ਮੈਂ ਆਪਣੇ ਸ਼ੈਲਰ ਵਿੱਚ ਤੈਨੂੰ ਲੱਗਣ ਨਹੀਂ ਦੇਣਾ। ਅੱਛਾ, ਠੀਕ ਹੈ ਜੀ। ਉਹਦੇ ਵਿੱਚ ਵੀ ਸਾਡੀ ਜਿਹੜੀ ਹੈਗੀ ਆ, ਸਮਝ ਲਓ ਬਈ ਮਤਲਬ ਵੀ 1 ਕੁਆਂਟਲ ਪਿੱਛੇ 3-4 ਕਿਲੋ ਦੀ ਲੁੱਟ, ਮਤਲਬ 70-80 ਰੁਪਏ ਦੀ ਸਾਡੀ ਲੁੱਟ ਉਹ ਵੀ ਜਿਹੜੀ ਹੈਗੀ ਹੋ ਰਹੀ ਆ। ਅੱਛਾ, ਹਾਂਜੀ। ਤੇ ਫਿਰ ਇਸੇ ਤਰੀਕੇ ਨਾਲ ਜੇਕਰ ਇਹੀ ਹਿਸਾਬ ਕਿਤਾਬ ਚੱਲਦਾ ਰਹਿੰਦਾ ਹੈ, ਇਸੇ ਤਰੀਕੇ ਨਾਲ ਔਖ ਜਿਹੜੀ ਆਉਂਦੀ ਹੈ ਕਿਸਾਨਾਂ ਨੂੰ, ਕਿਸੇ ਪੱਖੋਂ ਸੌਖ ਨਹੀਂ ਹੈਗੀ ਕਿਸਾਨਾਂ ਨੂੰ, ਕਿਉਂਕਿ ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਕਿ ਅਸੀਂ ਕਿਸਾਨਾਂ ਵਾਸਤੇ ਸਹੂਲਤਾਂ ਬਣਾਵਾਂਗੇ, ਕਿਸਾਨਾਂ ਵਾਸਤੇ ਹਰ ਚੀਜ਼ ਦੀ ਅਵੇਲੇਬਿਲਿਟੀ ਕਰਵਾਵਾਂਗੇ, ਲੇਕਿਨ ਜੇਕਰ ਕਿਸਾਨਾਂ ਤੱਕ ਪਹੁੰਚ ਨਹੀਂ ਰਹੀਆਂ ਚੀਜ਼ਾਂ ਤੇ ਕਿਸਾਨ ਕਿਹੋ ਜਿਹੀ ਸਥਿਤੀ ਦੇ ਵਿੱਚ ਰਹਿ ਜਾਏਗਾ? ਸਥਿਤੀ ਬਹੁਤ ਅੱਗੇ ਜਿਹੜੀ ਮੁਸ਼ਕਲ ਵਾਲੀ ਆਉਣ ਵਾਲੀ ਆ ਜੀ। ਇਸੇ ਕਰਕੇ ਤਾਂ ਕਿਸਾਨ ਜਿਹੜਾ ਹੈਗਾ ਸੜਕਾਂ ਤੇ ਬੈਠਾ ਜੀ। 10 ਮਹੀਨੇ ਤੋਂ ਦਿੱਲੀ ਜਾ ਕੇ ਬੈਠੇ ਆ, ਪਹਿਲਾਂ 2-3 ਮਹੀਨੇ ਇੱਥੇ ਵੀ ਬੈਠੇ ਰਹੇ ਜੀ। ਹਾਲੇ ਤਾਂ ਚੱਲ ਰਿਹਾ ਕਿ ਅਜੇ MSP ਜਿਹੜੀ ਹੈਗੀ ਝੋਨੇ ਤੇ ਔਰ ਕਣਕ ਦੇ ਸਿਰਫ 2 ਹੀ ਫਸਲਾਂ ਤੇ ਸਾਨੂੰ ਮਿਲਦੀ ਆ ਜੀ, ਤੇ ਉਹ ਮਿਲ ਰਹੀ ਆ, ਤੇ ਉਹ ਵੀ ਜਿਹੜੀ ਹੈਗੀ ਆ ਬੰਦ ਕਰਨ ਨੂੰ ਫਿਰਦੇ ਆ ਜੀ। ਇਸੇ ਕਰਕੇ ਕਿਸਾਨ ਜਿਹੜਾ ਹੈਗਾ ਸੜਕਾਂ ਤੇ ਆ। ਜੇ ਇਹ ਵੀ ਬੰਦ ਹੋ ਜਾਏਗੀ ਜੀ ਤੇ ਫਿਰ ਸਾਡੀ ਲੁੱਟ ਖਸੁੱਟ ਹੋਰ ਕਿੱਥੇ ਜਾਏਗੀ? ਤੁਸੀਂ ਦੇਖੋ ਜੀ, ਅਜੇ MSP ਤੇ ਵੀ ਹੈਗਾ ਤੇ ਤਾਂ ਵੀ ਮਤਲਬ ਚਲੋ ਆੜਤੀਏ ਨੂੰ ਉਹ ਸ਼ੈਲਰ ਵਾਲਾ ਕੰਪੈਲ ਕਰਦਾ, 2-3 ਕਿਲੋ ਦੀ ਕਾਟ ਮਤਲਬ ਹੈਗਾ ਲਵਾ ਦਿੰਦਾ ਉਹ, ਠੀਕ ਹੈ ਜੀ, ਚਲੋ ਇੰਨੇ 'ਚ ਸਰ ਜਾਂਦਾ। ਪਰ ਜਦੋਂ ਮੰਡੀਆਂ ਪ੍ਰਾਈਵੇਟ ਹੋ ਜਾਣਗੀਆਂ ਜੀ, ਰਹੇ ਹੀ ਪ੍ਰਾਈਵੇਟ ਅਦਾਰਾ ਜਾਏਗਾ, MSP ਰਹੇਗੀ ਨਹੀਂ, ਫਿਰ ਕਿਸਾਨ ਦਾ ਕੀ ਹੋਏਗਾ ਜੀ? ਬਿਲਕੁਲ। ਇਸੇ ਕਰਕੇ ਤਾਂ ਜੀ ਜਿਹੜਾ ਹੁਣ ਰੌਲੀ ਪਾਉਂਦੇ ਆ ਜੀ, ਯੂਪੀ ਤੋਂ ਆਣ ਕੇ ਝੋਨਾ ਇੱਥੇ ਵਿਕਦਾ ਜੀ, ਬਿਹਾਰ ਤੋਂ ਆਣ ਕੇ ਝੋਨਾ ਪੰਜਾਬ 'ਚ ਹਰਿਆਣੇ 'ਚ ਵਿਕਦਾ। ਜੇ ਭਾਈ ਉੱਥੇ ਮੰਡੀਆਂ ਹੈਗੀਆਂ ਆ, ਜੇ ਉੱਥੇ ਉਹਨਾਂ ਨੂੰ ਉਹ ਭਾਅ ਮਿਲਦਾ ਆ ਤੇ ਉਹਨਾਂ ਨੂੰ ਕੀ ਲੋੜ ਐਡੀ ਦੂਰ ਲੈ ਕੇ ਆਉਣ ਦੀ, ਇੰਨਾ ਕਿਰਾਏ ਭਾੜੇ ਖਰਚ ਕੇ? ਠੀਕ ਹੈ ਜੀ, ਕਿਉਂਕਿ ਉੱਥੇ MSP ਜਿਹੜੀਆਂ ਮੰਡੀਆਂ ਜਿਹੜੀਆਂ ਹੈਗੀਆਂ ਉੱਥੇ ਖਤਮ ਕਰ ਦਿੱਤੀਆਂ ਹੋਈਆਂ ਆ ਜੀ। ਪ੍ਰਾਈਵੇਟ ਅਦਾਰੇ ਜਿਹੜੇ ਹੈਗੇ ਉਹ ਖਰੀਦਦੇ ਆ ਜੀ, ਤੇ ਉਹ ਫਿਰ ਜ਼ਿਮੀਂਦਾਰ ਜਿਹੜਾ ਹੈਗਾ ਆ ਉੱਥੇ ਲੁੱਟ ਹੁੰਦੀ ਆ ਜੀ। ਉੱਥੇ ਉਹ 1000-1200 ਰੁਪਏ ਨੂੰ ਵਿਕਦਾ ਆ, ਉਹ ਸੋਚਦਾ ਮੈਨੂੰ 200-300 ਰੁਪਈਆ ਕਿਰਾਇਆ ਪੈ ਜਾਊਗਾ ਤੇ ਮੈਂ ਜਾ ਕੇ ਪੰਜਾਬ ਜਾਂ ਹਰਿਆਣੇ ਦੀ ਮੰਡੀ ਵਿੱਚ ਵੇਚਾਂ ਜੀ ਤੇ ਮੈਨੂੰ 4 ਪੈਸੇ ਵੱਧ ਮਿਲ ਜਾਣਗੇ। ਤੇ ਉੱਥੇ ਹੀ ਗੱਲ ਇਹ ਵੀ ਹੁੰਦੀ ਹੈ ਕਿ ਜਿਸ ਵਕਤ ਖਰੀਦ ਦੀ ਗੱਲ ਆਉਂਦੀ ਹੈ, ਤੁਸੀਂ ਇੱਕ ਵਾਰ ਆਪਣੇ ਝੋਨੇ ਦੀ ਫਸਲ ਵੇਚ ਵੀ ਆਏ ਹੋ, ਉੱਥੇ ਖਰੀਦ ਵੀ ਹੋ ਗਈ, ਕੋਈ ਔਖ ਦਾ ਸਾਹਮਣਾ ਕਰਨਾ ਪਿਆ ਮੰਡੀਆਂ ਦੇ ਵਿੱਚ? ਨਹੀਂ, ਮੰਡੀਆਂ ਵਿੱਚ ਇੰਨਾ ਔਖ ਦਾ ਕੋਈ ਸਾਹਮਣਾ ਨਹੀਂ ਕਰਨਾ ਪੈਂਦਾ ਜੀ। ਜੇ ਜਾਂਦੇ ਆ ਤਕਰੀਬਨ ਚਲੋ ਸਵੇਰ ਨੂੰ ਲੈ ਕੇ ਜਾਂਦੇ ਆ ਤਾਂ ਰਾਤ ਨੂੰ 11-12 ਵਜੇ ਤੱਕ ਘਰ ਪਹੁੰਚ ਹੀ ਜਾਈਦਾ ਜੀ। ਤੇ ਜਿਹੜੀ ਅਦਾਇਗੀ ਹੈ ਉਹ ਪਹੁੰਚ ਜਾਂਦੀ ਹੈ ਟਾਈਮ ਸਿਰ? ਅਦਾਇਗੀ ਦੇਖੋ ਜੀ, ਹੁਣ ਝੋਨਾ ਲੈ ਕੇ ਗਏ ਆ ਮੰਡੀ ਪਰਸੋਂ ਜੀ, ਤੇ ਪੇਮੈਂਟ ਆ ਜਾਊਗੀ 1-2 ਦਿਨਾਂ ਦੇ ਵਿੱਚ, ਕਹਿੰਦੇ ਆੜਤੀਏ ਕਿ ਪੈ ਜਾਊਗੀ। ਹਾਂਜੀ ਹਾਂਜੀ। ਤੇ ਤੁਸੀਂ ਦੇਖ ਸਕਦੇ ਹੋ, ਇਹ ਅਸੀਂ ਤੁਹਾਨੂੰ ਹਕੀਕਤ ਦਿਖਾਈ ਖੇਤਾਂ ਦੇ ਵਿੱਚ ਕਿਸਾਨਾਂ ਦੀ ਕਿਹੋ ਜਿਹੇ ਹਾਲ ਨੇ, ਕੀ ਖੇਤਾਂ ਦੇ ਹਾਲ ਨੇ ਜਿੱਥੇ ਝੋਨਾ ਉਗਾਇਆ ਸੀਗਾ, ਕਿੰਨੀ ਮਾੜੀ ਕੰਡੀਸ਼ਨ ਦੇ ਵਿੱਚ ਹੈਗਾ ਹੈ। ਜੇਕਰ ਅਸੀਂ ਥੱਲੇ ਬਹਿ ਕੇ ਮਾੜਾ ਜਿਹਾ ਦੇਖੀਏ ਤੇ ਸਾਰਾ ਜਿਹੜਾ ਝੋਨਾ ਆ ਖਰਾਬ ਹੋ ਚੁੱਕਾ ਆ, ਸਾਰਾ ਗਲ ਗਿਆ ਝੋਨਾ। ਲੇਕਿਨ ਇਹ ਜਿਹੜਾ ਝੋਨਾ ਆ ਇਹਦੀ ਨਾ ਖਰੀਦ ਕੀਤੀ ਜਾਏਗੀ, ਨਾ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਏਗਾ, ਲੇਕਿਨ ਕਿਸਾਨ ਦੇ ਪੱਲਿਓਂ ਪੈਸਾ ਜ਼ਰੂਰ ਜਾਏਗਾ। 2000 ਰੁਪਈਆ ਕੰਪੈਨ ਲੈਂਦੀ ਹੈਗੀ ਹੈ ਜਿਹੜੇ ਖੜੇ ਖੇਤ ਨੇ ਉਹਨਾਂ ਦਾ, ਇਹਨਾਂ ਨੂੰ ਵੱਢਣ ਵਾਸਤੇ 4500 ਰੁਪਇਆ ਲਏਗੀ, ਉਹ ਤੋਂ ਡਬਲ, ਲੇਕਿਨ ਇਹਦੇ ਉੱਤੇ ਕੁਝ ਨਿਕਲ ਕੇ ਨਹੀਂ ਆਏਗਾ। ਇਹ ਸਭ ਤੋਂ ਵੱਡਾ ਕਿਸਾਨ ਦੀ ਢਿੱਡ ਤੇ ਲੱਤ ਹੈਗੀ ਹੈ। ਤੇ ਸਰਕਾਰਾਂ ਕਿੱਥੇ ਨੇ? ਸਰਕਾਰਾਂ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ। ਜੇਕਰ ਕਹਿੰਦੀਆਂ ਨੇ ਕਿਸਾਨ ਦੇ ਪੁੱਤਾਂ, ਸਾਡੇ ਪਿਛੋਕੜ ਵੀ ਕਿਸਾਨੀ ਦਾ ਰਿਹਾ ਹੈਗਾ ਆ, ਤੇ ਖੇਤਾਂ 'ਚ ਪਹੁੰਚਣ, ਖੇਤਾਂ 'ਚ ਆ ਕੇ ਕਿਸਾਨਾਂ ਦੇ ਮਸਲੇ ਸੁਣਨ ਤੇ ਉਹਨਾਂ ਨੂੰ ਹੱਲ ਕਰਨ।
ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀ ਰਿਪੋਰਟਸ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।